ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਨਾ, ਇਹ ਪਹਿਲਾ ਅੰਦੋਲਨ ਨਹੀਂ ਹੈ। ਇੱਕ ਤਾਂ ਕਿਸਾਨੀ ਦਾ, ਕਿਸਾਨ ਤਾਂ ਹਮੇਸ਼ਾ ਹੀ ਸੰਘਰਸ਼ 'ਚ ਰਿਹਾ, ਚਾਹੇ ਉਹ ਸੜਕ ਤੇ ਹੁਣ ਸੰਘਰਸ਼ ਕਰ ਰਿਹਾ ਹੈ, ਚਾਹੇ ਉਹ ਖੇਤਾਂ 'ਚ ਸੰਘਰਸ਼ ਕਰ ਰਿਹਾ ਹੈ। 1947 ਤੋਂ ਪਹਿਲਾਂ ਜਿਹੜਾ ਇਹ ਮਾਲਵੇ ਦਾ ਖੇਤਰ ਹੈ, ਇਲਾਕਾ ਹੈ, ਇੱਥੋਂ ਦੇ ਜਿਹੜੇ ਕਿਸਾਨ ਸੀ ਉਹ ਤੀਰੀ ਗੁਲਾਮੀ ਫੰਡਾ ਹੁੰਦੇ ਸੀ। ਪਹਿਲੀ ਗੁਲਾਮੀ ਅੰਗਰੇਜ਼ ਦੀ ਸੀ, ਦੂਜੀ ਗੁਲਾਮੀ ਸੀ ਜਿਹੜੀ ਉਹ ਇੱਥੋਂ ਦੇ ਰਾਜਿਆਂ ਦੀ ਸੀ, ਰਿਆਸਤੀ ਰਾਜਿਆਂ ਦੀ ਸੀ, ਤੇ ਤੀਜੀ ਗੁਲਾਮੀ ਸੀ ਜਿਹੜੀ ਉਹ ਜਾਗੀਰਦਾਰਾਂ ਦੀ ਸੀ। ਜਿਹੜਾ ਕਿਸ਼ਨਗੜ੍ਹ ਪਿੰਡ ਹੈ ਬਰੇਟਾ ਨੇੜੇ, ਉੱਥੇ ਤਾਂ ਬਹੁਤ ਹੀ ਜ਼ਿਆਦਾ ਤਸ਼ੱਦਦ ਫੌਜ ਵੱਲੋਂ ਕੀਤਾ ਗਿਆ। ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ, ਆਜ਼ਾਦ ਦੇਸ਼ ਦੀ ਫੌਜ ਨੇ ਸਾਡੇ ਕਿਸਾਨਾਂ ਦੇ ਪਿੰਡ ਤੇ ਉਹਦੇ ਤੇ ਕਿਸ਼ਨਗੜ੍ਹ ਪਿੰਡ ਤੇ ਟੈਂਕ ਚੜਾਏ ਸੀ। ਖੇਤੀ ਕਾਨੂੰਨਾਂ ਦਾ ਇਤਿਹਾਸ ਬਾਰੇ ਦੱਸਿਆ ਕਿ ਵੀ ਪਹਿਲਾਂ ਵੀ 2 ਵਾਰ ਇਹ ਕਾਨੂੰਨ ਤੇ 2 ਵਾਰ ਇਹ ਲਹਿਰਾਂ ਖੜੀਆਂ ਹੋ ਚੁੱਕੀਆਂ ਨੇ, ਮੁਜ਼ਾਹਰਾ ਲਹਿਰ ਤੇ 1906 ਦੀ ਲਹਿਰ, ਤੇ ਅੰਗਰੇਜ਼ ਮੰਨ ਵੀ ਗਏ ਸੀ ਉਹ ਸਰਕਾਰ। ਹੁਣ ਤੁਹਾਨੂੰ ਕੀ ਲੱਗਦਾ ਵੀ ਕਦੋਂ ਤੱਕ ਇਹ ਸਰਕਾਰ ਮੰਨ ਜੂਗੀ? ਅੰਦੋਲਨ ਨੇ ਹੋਰ ਫੈਲਣਾ। ਜਦੋਂ ਇਹ ਅੰਦੋਲਨ ਹੋਰ ਫੈਲੇਗਾ ਤਾਂ ਸਰਕਾਰ ਨੂੰ ਮਜਬੂਰ ਹੋ ਕੇ ਇਹ ਫੈਸਲੇ ਵਾਪਸ ਲੈਣੇ ਪੈਣਗੇ, ਜਿਹੜੇ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਨੇ, ਸੰਵਿਧਾਨ ਦੀ ਉਲੰਘਣਾ ਕਰਕੇ ਬਣਾਏ ਹੋਏ ਨੇ। ਕਿਸੇ ਤਰ੍ਹਾਂ ਦੀ ਲੋਕ ਸਭਾ 'ਚ ਬਹਿਸ ਨਹੀਂ ਹੋ ਸਕੀ, ਕਿਸੇ ਤਰ੍ਹਾਂ ਦੀ ਰਾਜ ਸਭਾ 'ਚ ਬਹਿਸ ਨਹੀਂ ਹੋ ਸਕੀ, ਤੇ ਇਹ ਬਿਨਾਂ ਬਹਿਸ ਤੋਂ ਇਹ ਕਾਨੂੰਨ ਪਾਸ ਹੋ ਕੇ ਆਏ ਨੇ। ਇਹ ਗੈਰ ਕਾਨੂੰਨੀ ਨੇ, ਇਹ ਬਿਲਕੁਲ ਵਾਪਸ ਲੈਣੇ ਪੈਣੇ। ਇਹ ਜਿਹੜਾ ਸੰਘਰਸ਼ ਹੈ, ਹੁਣ ਜਿਹੜਾ ਸੰਘਰਸ਼ ਹੋਇਆ, ਕਿਉਂਕਿ ਇਹ ਸਰਕਾਰ, ਕੇਂਦਰ ਸਰਕਾਰ ਨੇ ਇਹ ਕਾਨੂੰਨ ਬਣਾਏ ਨੇ, ਇਹਦੇ ਤੇ ਵਿਵਾਦ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਇਹ ਜਿਹੜਾ ਖੇਤਰ ਹੈ, ਕਿਸਾਨੀ ਨਾਲ ਕਾਨੂੰਨ ਬਣਾਉਣ ਦਾ ਖੇਤਰ ਹੈ, ਜਾਂ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਖੇਤਰ ਹੈ, ਜਾਂ ਅਧਿਕਾਰ ਹੈ, ਉਹ ਕੇਂਦਰ ਸਰਕਾਰ ਕੋਲ ਹੈ ਜਾਂ ਨਹੀਂ। ਸੁਪਰੀਮ ਕੋਰਟ ਦੇ 4 ਜੱਜਾਂ ਨੂੰ ਇਹ ਕਹਿਣਾ ਪਿਆ ਸੀ ਕਿ ਸਾਨੂੰ ਕੰਮ ਕਰਨਾ ਔਖਾ ਹੋ ਰਿਹਾ ਹੈ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗਲਤ ਤਰੀਕੇ ਨਾਲ ਦਬਾਅ ਬਣਾਇਆ ਜਾ ਰਿਹਾ ਹੈ ਹਰ ਇੱਕ ਅਦਾਰੇ ਨੂੰ। ਪੰਜਾਬ ਦੇ ਸਿਆਸੀ ਹਾਲਾਤ ਨੇ, ਇਸ ਤੇ ਤੁਸੀਂ ਕੀ ਰਾਜਨੀਤਿਕ ਟਿੱਪਣੀ ਕਰਨਾ ਚਾਹੋਗੇ? ਸਰਕਾਰਾਂ ਨੇ ਸਾਨੂੰ ਭੰਬਲ ਭੂਸੇ 'ਚ ਪਾਤਾ। ਜਿਹੜੇ ਸਾਡੇ ਸਿਆਸੀ ਆਗੂ ਨੇ ਨਾ, ਉਹ ਹੁਣ ਆਗੂ ਨਹੀਂ ਰਹੇ, ਉਹ ਇੱਕ ਕਿਸਮ ਦੇ ਕਾਰੋਬਾਰੀ ਬਣ ਗਏ। ਤੁਸੀਂ ਪੰਜਾਬੀ ਡਾਕ ਨਾਲ ਜੁੜ ਚੁੱਕੇ ਹੋ, ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਦਰਸ਼ਕੋ, ਕਿਸਾਨੀ ਅੰਦੋਲਨ ਅੱਜ ਵੀ ਆਪਣੇ ਪੀਕ ਉੱਤੇ, ਅੱਜ ਵੀ ਆਪਣੇ ਸਿਖਰ ਉੱਤੇ ਹੈ। ਲਗਾਤਾਰ 6 ਮਹੀਨੇ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਇਹਨਾਂ ਬਿੱਲਾਂ ਦੇ ਖਿਲਾਫ ਲੜਦੇ ਹੋਏ। ਕਿਸਾਨਾਂ ਦਾ ਕਹਿਣਾ ਕਿ ਸਾਡੀ ਪੰਜਾਬ ਦੀ ਹੋਣੀ ਨੂੰ, ਤਸੀਰ ਨੂੰ ਇਹ ਅੰਦੋਲਨ ਫਿਰ ਤੋਂ ਲਿਖਣਗੇ ਜੇਕਰ ਮੁਕੰਮਲ ਤੌਰ 'ਤੇ ਲਾਗੂ ਹੋ ਜਾਂਦੇ ਨੇ। ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਇਸ ਅੰਦੋਲਨ ਦੇ ਵਿੱਚ ਜੁਟੇ ਹੋਏ ਨੇ ਤੇ ਲੜ ਰਹੇ ਨੇ। ਗੱਲ ਇੱਕ ਹੈ ਕਿ ਜੋ ਇਹ ਖੇਤੀ ਕਾਨੂੰਨ ਨੇ ਇਹ ਰੱਦ ਕੀਤੇ ਜਾਣ। ਅੱਜ ਵੀ ਅਸੀਂ ਧਰੜੀ ਜੱਟਾਂ ਟੋਲ ਪਲਾਜ਼ੇ ਦੇ ਮੌਜੂਦ ਹਾਂ। ਸਾਡੇ ਨਾਲ ਪ੍ਰੀਤ ਮਹਿੰਦਰ ਸਿੰਘ ਪਟਿਆਲਾ ਤੋਂ ਨੇ, ਬਰੋਡਕਾਸਟਰ ਰਹੇ ਨੇ, ਇਹਨਾਂ ਤੋਂ ਵੀ ਆਪਾਂ ਸਭ ਜਾਣਾਂਗੇ। ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ 'ਤੇ। ਸ਼ੁਕਰੀਆ ਜੀ, ਸ਼ੁਕਰੀਆ। ਸਾਡੇ ਦਰਸ਼ਕਾਂ ਨੂੰ ਪਹਿਲਾਂ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ। ਤੁਸੀਂ ਬਰੋਡਕਾਸਟਰ ਰਹੇ ਹੋ, ਕਿੰਨਾ ਸਮਾਂ ਰਹੇ ਹੋ, ਕਿੱਥੇ ਰਹੇ ਹੋ? ਗੁਰਜਿੰਦਰ ਸਿੰਘ ਜੀ, ਮੈਂ ਸਾਲ 1992 ਤੋਂ 2020 ਤੱਕ ਆਕਾਸ਼ਵਾਣੀ ਪਟਿਆਲਾ 'ਚ ਅਨਾਉਂਸਰ ਰਿਹਾ, ਅਤੇ ਇਸ ਸਮੇਂ ਦੌਰਾਨ ਮੈਂ ਆਕਾਸ਼ਵਾਣੀ 'ਤੇ ਵੱਖ-ਵੱਖ ਪ੍ਰੋਗਰਾਮ ਕਰਦਾ ਰਿਹਾ, ਜਿਹਦੇ 'ਚ ਗੀਤਾਂ ਦੇ ਪ੍ਰੋਗਰਾਮ ਵੀ ਸੀ ਅਤੇ ਮਨੋਰੰਜਨ ਦੇ ਨਾਲ ਜਾਣਕਾਰੀ ਦੇ ਪ੍ਰੋਗਰਾਮ ਵੀ ਅਸੀਂ ਇੱਥੋਂ ਕਰਦੇ ਰਹੇ ਹਾਂ। ਜੇਕਰ ਮੈਂ ਅਗਲੇ ਸਵਾਲ ਵੱਲ ਵਧਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਾਂਗੇ। ਤੁਸੀਂ ਉਸੇ ਲੈਂਗੁਏਜ ਦੇ ਵਿੱਚ ਕੋਈ ਜਿਵੇਂ ਰੇਡੀਓ 'ਤੇ ਆਪਾਂ ਕਰਦੇ ਹਾਂ, ਬਰੋਡਕਾਸਟ ਕਰਦੇ ਹਾਂ, ਕੁਛ ਦੁਹਰਾ ਸਕਦੇ ਹੋ ਕੋਈ ਗੱਲ ਉਸੇ ਭਾਸ਼ਾ ਦੇ ਵਿੱਚ? ਭਾਸ਼ਾ ਤਾਂ ਰੇਡੀਓ ਦੀ ਸਧਾਰਨ ਹੀ ਹੁੰਦੀ ਹੈ, ਪਰ ਇੱਕ ਸਾਡੇ ਇੱਥੇ ਕਿਸਾਨਾਂ ਲਈ ਕਿਸਾਨ ਬਾਣੀ ਪ੍ਰੋਗਰਾਮ ਸੀ, ਤਾਂ ਉਸ ਪ੍ਰੋਗਰਾਮ 'ਚ ਮੈਂ ਸ਼ਿੰਗਾਰਾ ਸਿੰਘ ਦਾ ਕਰੈਕਟਰ ਕਰਦਾ ਹੁੰਦਾ ਸੀ। ਤਾਂ ਉਹ ਕਰੈਕਟਰ ਸੀ ਜਿਹੜਾ ਉਹ ਕਾਫੀ ਪਸੰਦ ਕੀਤਾ ਜਾਂਦਾ ਸੀ। ਤਾਂ ਉਹਦਾ ਮੈਂ ਇੱਕ ਛੋਟੀ ਜਿਹੀ ਝਲਕ ਤੁਹਾਨੂੰ ਦੱਸ ਦਿੰਦਾ ਕਿ ਕਿਸਾਨ ਵੀਰੋ, ਸ਼ਿੰਗਾਰਾ ਸਿੰਘ ਹਾਜ਼ਰ ਹੈ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ। ਅੱਜ ਦੇ ਇਸ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਨੀ ਹੈ ਸਾਡੇ ਮਾਹਰਾਂ ਨਾਲ ਕਿ ਇਸ ਰੁੱਤ 'ਚ ਸਾਨੂੰ ਆਪਣੇ ਬੂਟਿਆਂ ਦੀ ਸੰਭਾਲ ਹੈ ਜਿਹੜੀ ਬਾਗਾਂ ਦੀ, ਉਹ ਕਿਵੇਂ ਕਰਨੀ ਚਾਹੀਦੀ ਹੈ। ਹੁਣ ਜਦੋਂ ਆਪਾਂ ਠੰਡ ਨਾਲ ਕੁੰਗੜੇ ਬੈਠੇ ਹਾਂ, ਅਸੀਂ ਤਾਂ ਆਪਣੇ ਵੱਖ-ਵੱਖ ਕੱਪੜੇ ਪਾ ਕੇ
ਕੰਬਲ ਵੀ ਲੈ ਲੈਂਦੇ ਹਾਂ, ਕੋਟ ਵੀ ਪਾ ਲੈਂਦੇ ਹਾਂ, ਕੋਟੀਆਂ ਵੀ ਪਾ ਲੈਂਦੇ ਹਾਂ, ਆਪਣੇ ਆਪ ਨੂੰ ਠੰਡ ਤੋਂ ਬਚਾ ਲੈਂਦੇ ਹਾਂ। ਪਰ ਸਾਨੂੰ ਗੌਰ ਤਾਂ ਉਹਨਾਂ ਦੀ ਕਰਨੀ ਪਊ ਨਾ ਜਿਹੜੇ ਠੰਡ 'ਚ ਖੜੇ ਨੇ ਸਾਡੇ ਬਾਗਾਂ ਦੇ ਬੂਟੇ। ਉਹਨਾਂ ਨੂੰ ਵੀ ਜਿਵੇਂ ਸਾਨੂੰ ਠੰਡ ਲੱਗਦੀ ਆ ਸਾਡੇ ਸਰੀਰ ਨੂੰ, ਉਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਲੱਗਦੀ ਹੈ। ਸੋ ਅੱਜ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਵਾਹ ਖੂਬ ਜੀ। ਜੇਕਰ ਪ੍ਰੀਤ ਮਹਿੰਦਰ ਜੀ ਮੈਂ ਗੱਲ ਕਰਾਂ ਅੱਜ ਖੇਤੀ ਕਾਨੂੰਨਾਂ ਬਾਰੇ, ਤੁਸੀਂ ਲਗਾਤਾਰ ਜੇਕਰ ਮੈਂ ਡਾਇਰੈਕਟਲੀ ਕਹਾਂ ਮੀਡੀਆ ਨਾਲ ਜੁੜੇ ਹੋਏ ਹੋ, ਲਗਾਤਾਰ ਤੁਸੀਂ ਲੋਕਾਂ ਦੀ ਨਬਜੀ ਪਛਾਣਦੇ ਹੋ, ਅਤੇ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਅੰਦੋਲਨ ਬਾਰੇ? ਦੇਖੋ, ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਨਾ, ਇਹ ਪਹਿਲਾ ਅੰਦੋਲਨ ਨਹੀਂ ਹੈ ਇੱਕ ਤਾਂ ਕਿਸਾਨੀ ਦਾ। ਕਿਸਾਨ ਤਾਂ ਹਮੇਸ਼ਾ ਹੀ ਸੰਘਰਸ਼ 'ਚ ਰਿਹਾ, ਚਾਹੇ ਉਹ ਸੜਕ 'ਤੇ ਹੁਣ ਸੰਘਰਸ਼ ਕਰ ਰਿਹਾ ਹੈ, ਚਾਹੇ ਉਹ ਖੇਤਾਂ 'ਚ ਸੰਘਰਸ਼ ਕਰ ਰਿਹਾ। ਇੱਕ ਜਦੋਂ ਦੇਸ਼ ਗੁਲਾਮ ਸੀ, ਅੰਗਰੇਜ਼ਾਂ ਦਾ ਰਾਜ ਸੀ, ਤਾਂ ਉਹਨਾਂ ਨੇ ਵੀ ਇੱਕ ਕਾਨੂੰਨ ਕਿਸਾਨੀ ਦੇ ਖਿਲਾਫ ਸਾਲ 1906 'ਚ ਬਣਾਇਆ ਸੀ। ਤਾਂ ਉਸ ਸਮੇਂ ਉਸ ਕਾਨੂੰਨ ਦਾ ਵੀ ਕਿਸਾਨਾਂ ਨੇ ਬਹੁਤ ਵੱਡੀ ਪੱਧਰ 'ਤੇ ਵਿਰੋਧ ਕੀਤਾ ਸੀ। ਉਹ ਵਿਰੋਧ ਦੌਰਾਨ ਲਾਲਾ ਬਾਂਕੇ ਦਿਆਲ ਨੇ ਇੱਕ ਗੀਤ ਲਿਖਿਆ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਲੁੱਟ ਲਿਆ ਮਾਲ ਤੇਰਾ ਲੁੱਟ ਲਿਆ ਮਾਲ ਓਏ। ਸੋ ਉਹ ਗੀਤ ਇੰਨਾ ਮਕਬੂਲ ਹੋਇਆ ਸੀ ਆਮ ਲੋਕਾਂ 'ਚ, ਕਿਸਾਨਾਂ 'ਚ, ਕਿ ਉਸ ਲਹਿਰ ਦਾ ਨਾਂ ਹੀ ਫਿਰ ਉਸ ਗੀਤ ਦੇ ਨਾਂ 'ਤੇ ਪਗੜੀ ਸੰਭਾਲ ਜੱਟਾ ਲਹਿਰ ਬਣ ਗਿਆ। ਔਰ ਉਸ ਅੰਦੋਲਨ ਨੇ ਬਹੁਤ ਹੀ ਤੇਜ਼ੀ ਨਾਲ ਅੱਗੇ ਉਹ ਅੰਦੋਲਨ ਵਧਿਆ ਔਰ ਉਸ ਵੇਲੇ ਦੀ ਸਰਕਾਰ ਨੂੰ ਉਹ ਕਾਨੂੰਨ ਵਾਪਸ ਲੈਣਾ ਪਿਆ ਸੀ। ਅੰਗਰੇਜ਼ ਸਰਕਾਰ ਨੂੰ, ਜਿਨ੍ਹਾਂ ਨੂੰ ਬਹੁਤ ਸਖਤ ਮੰਨਿਆ ਜਾਂਦਾ ਸੀ, ਜਿਹੜੀ ਸਰਕਾਰ ਨੂੰ, ਉਹਨੂੰ ਉਹ ਕਾਨੂੰਨ ਵਾਪਸ ਲੈਣਾ ਪਿਆ ਸੀ। ਇਹ ਸੰਘਰਸ਼ ਦੀ ਵੱਡੀ ਜਿੱਤ ਹੋਈ ਸੀ। ਉਸ ਤੋਂ ਬਾਅਦ ਪੈਪਸੂ ਦਾ ਏਰੀਆ ਸੀ ਜਿਹੜਾ, ਜਾਂ ਮਾਲਵੇ ਦਾ ਜਿਹੜਾ ਏਰੀਆ ਸੀਗਾ, ਪੈਪਸੂ ਬਾਅਦ 'ਚ ਬਣਿਆ। ਜਦੋਂ 1947 ਤੋਂ ਪਹਿਲਾਂ ਜਿਹੜਾ ਇਹ ਮਾਲਵੇ ਦਾ ਖੇਤਰ ਹੈ, ਇਲਾਕਾ ਹੈ, ਇੱਥੋਂ ਦੇ ਜਿਹੜੇ ਕਿਸਾਨ ਸੀ ਉਹ ਤੀਰੀ ਗੁਲਾਮੀ ਹੰਢਾਉਂਦੇ ਸੀ। ਪਹਿਲੀ ਗੁਲਾਮੀ ਅੰਗਰੇਜ਼ ਦੀ ਸੀ, ਦੂਜੀ ਗੁਲਾਮੀ ਸੀ ਜਿਹੜੀ ਉਹ ਇੱਥੋਂ ਦੇ ਰਾਜਿਆਂ ਦੀ ਸੀ, ਰਿਆਸਤੀ ਰਾਜਿਆਂ ਦੀ ਸੀ, ਅਤੇ ਤੀਜੀ ਗੁਲਾਮੀ ਸੀ ਜਿਹੜੀ ਉਹ ਜਾਗੀਰਦਾਰਾਂ ਦੀ ਸੀ। ਤਾਂ ਜਾਗੀਰਦਾਰ ਬਹੁਤ ਜ਼ੁਲਮ ਕਰਦੇ ਸੀ ਕਿਸਾਨਾਂ 'ਤੇ। ਤਾਂ ਇਸ ਤਰੀਕੇ ਨਾਲ ਫਿਰ ਉਹ ਜ਼ੁਲਮ ਦੇ ਖਿਲਾਫ ਪਰਜਾ ਮੰਡਲ ਲਹਿਰ ਖੜੀ ਹੋਈ, ਤਾਂ ਉਹਨਾਂ ਨੇ ਸੰਘਰਸ਼ ਕੀਤਾ। ਅਤੇ ਇਸ ਜਦੋਂ 1947 'ਚ ਫਿਰ ਇਹ ਪੈਪਸੂ ਬਣ ਗਿਆ, ਇਹ ਇਲਾਕੇ ਨੂੰ ਪੈਪਸੂ ਨਾਲ ਜੋੜਤਾ, ਉਦੋਂ ਵੀ ਉਹ ਸੰਘਰਸ਼ ਚੱਲਦਾ ਰਿਹਾ। ਤਾਂ ਉਹਨੂੰ, ਉਸ ਸੰਘਰਸ਼ ਨੂੰ ਪੈਪਸੂ ਦੀ ਮੁਜ਼ਾਰਾ ਲਹਿਰ ਦਾ ਨਾਂ ਦਿੱਤਾ ਗਿਆ। ਉਹ ਲਹਿਰ ਲਗਾਤਾਰ ਚੱਲਦੀ ਰਹੀ। ਉਹਦੇ ਵਿੱਚ ਸੀ ਕਿ ਜਿਹੜੇ ਕਿਸਾਨ ਖੇਤੀ 'ਤੇ ਜ਼ਮੀਨ 'ਤੇ ਖੇਤੀ ਕਰ ਰਹੇ ਸੀ, ਉਸ ਜ਼ਮੀਨ ਨੂੰ ਉਹ ਕਹਿੰਦੇ ਸੀ ਵੀ ਇਹ ਸਾਡੇ ਨਾਂ ਹੋਣੀ ਚਾਹੀਦੀ ਹੈ, ਕਿ ਅਸੀਂ ਕਦੋਂ ਤੋਂ ਦਹਾਕਿਆਂ ਤੋਂ ਇਸ 'ਤੇ ਖੇਤੀ ਕਰ ਰਹੇ ਹਾਂ, ਤਾਂ ਇਹ ਸਾਡੇ ਨਾਂ ਹੋਣੀ ਚਾਹੀਦੀ ਹੈ, ਜਦ ਕਿ ਜਾਗੀਰਦਾਰਾਂ ਦੇ ਨਾਂ 'ਤੇ ਸੀ ਉਹ ਜ਼ਮੀਨ। ਸੋ ਉਹ ਸੰਘਰਸ਼ ਬਹੁਤ ਲੰਬਾ ਚੱਲਿਆ, ਉਹ ਖੂਨੀ ਵੀ ਹੋਇਆ, ਕਿਉਂਕਿ ਮੁਜ਼ਾਰਾ ਲਹਿਰ 'ਚ ਜਿਹੜਾ ਕਿਸ਼ਨਗੜ੍ਹ ਪਿੰਡ ਹੈ ਬਰੇਟਾ ਨੇੜੇ, ਉੱਥੇ ਤਾਂ ਬਹੁਤ ਹੀ ਜ਼ਿਆਦਾ ਤਸ਼ੱਦਦ ਫੌਜ ਵੱਲੋਂ ਕੀਤਾ ਗਿਆ। ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ, ਆਜ਼ਾਦ ਦੇਸ਼ ਦੀ ਫੌਜ ਨੇ ਸਾਡੇ ਕਿਸਾਨਾਂ ਦੇ ਪਿੰਡ 'ਤੇ, ਉਹਦੇ 'ਤੇ ਕਿਸ਼ਨਗੜ੍ਹ ਪਿੰਡ 'ਤੇ ਟੈਂਕ ਚੜ੍ਹਾਏ ਸੀ। ਉੱਥੇ ਟੈਂਕ ਸੀ, ਫੌਜ ਸੀ, ਪੁਲਿਸ ਸੀ, ਉੱਥੇ ਸਾਡੇ ਕਿਸਾਨ ਸ਼ਹੀਦ ਵੀ ਹੋਏ। ਸੋ ਬਹੁਤ ਉਹ ਸੰਘਰਸ਼ ਜਦੋਂ ਲੰਬਾ ਚੱਲਿਆ ਤਾਂ ਆਖਰ ਸਰਕਾਰ ਨੂੰ ਝੁਕਣਾ ਪਿਆ, ਅਤੇ ਮਾਨਸਾ 'ਚ ਬਹੁਤ ਵੱਡੀ ਰੈਲੀ ਹੋਈ, ਅਤੇ ਉਸ ਰੈਲੀ 'ਚ ਸਾਰੇ ਜਗੀਰਦਾਰਾਂ ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹ ਕਿਸਾਨਾਂ ਦੇ ਨਾਂ 'ਤੇ ਹੋਈਆਂ। ਉਹ ਦੂਜੀ ਜਿੱਤ ਸੀ। ਇੱਕ ਤੁਹਾਨੂੰ ਦੱਸਿਆ 1906 ਦੀ, ਇੱਕ ਫਿਰ ਇਹ ਮੁਜ਼ਾਰਾ ਲਹਿਰ ਦੀ 1951 ਦੀ। ਇਹ ਲਗਾਤਾਰ ਕਈ ਸਾਲ ਚੱਲਿਆ ਇਹ ਸੰਘਰਸ਼। ਆਪਾਂ ਤਾਂ ਹੁਣੇ ਕਹਿ ਰਹੇ ਨਾ ਕਿ 6 ਮਹੀਨੇ ਹੋਏ ਨੇ, ਉਹ ਸਾਲਾਂ ਬੱਧੀ ਚੱਲਿਆ ਸੀ। ਉਸ ਤੋਂ ਬਾਅਦ 1957 58 'ਚ ਕੈਰੋਂ ਸਰਕਾਰ ਨੇ ਇੱਕ ਖੁਸ਼ ਹੈਸੀਅਤ ਟੈਕਸ ਲਾਤਾ ਸੀ ਕਿਸਾਨਾਂ 'ਤੇ। ਹਾਂ, ਕਿ ਦੇਖੋ ਅਸੀਂ ਇਹ ਭਾਖੜਾ ਨਹਿਰ ਕੱਢੀ ਹੈ, ਅਤੇ ਭਾਖੜਾ ਨਹਿਰ ਦਾ ਪਾਣੀ ਦੀ ਸਿੰਜਾਈ ਹੋਣ ਲੱਗੀ ਹੈ, ਇਹਦੇ ਨਾਲ ਬੜੀ ਖੁਸ਼ ਹੈਸੀਅਤ ਹੋ ਗਈ ਕਿਸਾਨਾਂ ਦੀ, ਇਸ ਕਰਕੇ ਉਹ ਟੈਕਸ ਦੇਣ। ਇਹ ਖਰਚਾ ਸੀ ਭਾਖੜਾ ਡੈਮ 'ਤੇ ਜਿਹੜਾ ਹੋਇਆ ਤਾਂ ਇਹ ਪੂਰਾ ਹੋ ਸਕੇ।
ਤਾਂ ਉਸ ਖੁਸ਼ ਹੈਸੀਅਤ ਟੈਕਸ ਦਾ ਵੀ ਫਿਰ ਕਿਸਾਨਾਂ ਨੇ ਆਪਣੀ ਏਕੇ ਨਾਲ, ਆਪਣੀ ਜਥੇਬੰਦੀ ਨਾਲ ਵਿਰੋਧ ਕੀਤਾ ਸੀ ਔਰ ਉੱਥੇ ਫਿਰ ਸਰਕਾਰ ਨੂੰ ਝੁਕਣਾ ਪਿਆ ਸੀ ਕਿ ਉਹ ਖੁਸ਼ ਹੈਸੀਅਤ ਟੈਕਸ ਸੀ ਜਿਹੜਾ ਉਹ ਸਰਕਾਰ ਨੂੰ ਵਾਪਸ ਲੈਣਾ ਪਿਆ ਸੀ। ਉਸ ਤੋਂ ਬਾਅਦ ਫਿਰ ਬਹੁਤ ਸੰਘਰਸ਼ ਕਿਸਾਨਾਂ ਨੇ ਕੀਤੇ ਨੇ ਜਿਹੜੇ ਪੰਜਾਬ ਤੱਕ ਹੀ ਸੀਮਤ ਰਹੇ। ਇਹ ਜਿਹੜਾ ਸੰਘਰਸ਼ ਹੈ, ਹੁਣ ਜਿਹੜਾ ਸੰਘਰਸ਼ ਹੋਇਆ, ਕਿਉਂਕਿ ਇਹ ਸਰਕਾਰ, ਕੇਂਦਰ ਸਰਕਾਰ ਨੇ ਇਹ ਕਾਨੂੰਨ ਬਣਾਏ ਨੇ, ਇਹਦੇ ਤੇ ਵਿਵਾਦ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਇਹ ਜਿਹੜਾ ਖੇਤਰ ਹੈ, ਕਿਸਾਨੀ ਨਾਲ ਕਾਨੂੰਨ ਬਣਾਉਣ ਦਾ ਖੇਤਰ ਹੈ ਜਾਂ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਖੇਤਰ ਹੈ ਜਾਂ ਅਧਿਕਾਰ ਹੈ, ਉਹ ਕੇਂਦਰ ਸਰਕਾਰ ਕੋਲ ਹੈ ਜਾਂ ਨਹੀਂ। ਹੁਣ ਜਿਹੜੇ ਕਾਨੂੰਨੀ ਮਾਹਰ ਨੇ ਉਹ ਇਹਦੇ ਤੇ ਦੋ ਪਾਸੇ ਵੰਡੇ ਹੋਏ ਨੇ ਕਿ ਇਹ ਜਿਹੜਾ ਖੇਤਰ ਹੈ ਅਧਿਕਾਰ ਬਣਾਉਣ ਦਾ, ਅਧਿਕਾਰ ਖੇਤਰ ਹੈ ਖੇਤੀ ਤੇ ਕਾਨੂੰਨ ਬਣਾਉਣ ਦਾ, ਉਹ ਕੇਂਦਰ ਸਰਕਾਰ ਕੋਲ ਨਹੀਂ ਹੈ, ਇਹ ਰਾਜ ਸਰਕਾਰ ਦਾ ਵਿਸ਼ਾ ਹੈ। ਇਹ ਕਿਸੇ ਸਮਵਰਤੀ ਕੇ ਦੋਨਾਂ ਦੇ ਵਿੱਚ ਆਵੇ ਉਹ ਵੀ ਨਹੀਂ ਹੈ, ਸਮਵਰਤੀ ਸੂਚੀ 'ਚ ਵੀ ਨਹੀਂ ਹੈ, ਸੰਵਿਧਾਨ ਦੀ 'ਚ। ਇਸ ਕਰਕੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ ਹੀ ਨਹੀਂ, ਉਹ ਆਰਡੀਨੈਂਸ ਦੇ ਰੂਪ 'ਚ, ਕਾਨੂੰਨ ਦੇ ਰੂਪ 'ਚ ਨਹੀਂ, ਕਿਸੇ ਤਰ੍ਹਾਂ ਦੀ ਵੀ ਬਹਿਸ ਹੋਵੇ ਉਹਦੇ ਤੇ ਜਾਂ ਕੋਈ ਕਮੇਟੀ ਕਿਸ ਤਰ੍ਹਾਂ ਦੀ ਬਣੀ ਹੋਵੇ, ਨਹੀਂ, ਉਹ ਆਰਡੀਨੈਂਸ ਦੇ ਰੂਪ ਦੇ ਵਿੱਚ ਜਦੋਂ ਇਹ ਕਿਸਾਨਾਂ ਦੇ ਉੱਤੇ ਮੜ ਦਿੱਤਾ ਗਿਆ, ਇਹਨੂੰ ਮੜਨਾ ਹੀ ਕਹਾਂਗੇ, ਮੜ ਦਿੱਤਾ ਗਿਆ, ਤਾਂ ਇਹਦਾ ਵਿਰੋਧ ਹੋਣਾ ਲਾਜ਼ਮੀ ਸੀ। ਕਿਉਂਕਿ ਬਹੁਤ ਸਾਰਾ ਪਹਿਲਾਂ ਹੀ ਜਦੋਂ ਅਸੀਂ ਦੇਖ ਚੁੱਕੇ ਹਾਂ ਕਿ ਇਸ ਸਰਕਾਰ ਦੌਰਾਨ ਬਹੁਤ ਸਾਰੀਆਂ ਸੰਵਿਧਾਨ ਦੀਆਂ ਉਲੰਘਣਾਵਾਂ ਹੋ ਰਹੀਆਂ, ਜਿੱਥੇ ਤੁਸੀਂ ਮਰਜ਼ੀ ਦੇਖ ਲਓ। ਜਿਸ ਸਰਵਉੱਚ ਅਦਾਲਤ ਨੂੰ ਅਸੀਂ ਸਰਵਉੱਚ ਮੰਨਦੇ ਹਾਂ, ਸਾਰੇ ਭਾਰਤੀ ਦੇ ਅੰਦਰ ਉਸ ਦਾ ਬੜਾ ਵੱਡਾ ਸਤਿਕਾਰ ਹੈ, ਉਸ ਸੁਪਰੀਮ ਕੋਰਟ ਦੇ 4 ਜੱਜਾਂ ਨੂੰ ਇਹ ਕਹਿਣਾ ਪਿਆ ਸੀ ਕਿ ਸਾਨੂੰ ਕੰਮ ਕਰਨਾ ਔਖਾ ਹੋ ਰਿਹਾ ਹੈ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗਲਤ ਤਰੀਕੇ ਨਾਲ ਦਬਾਅ ਬਣਾਇਆ ਜਾ ਰਿਹਾ ਹੈ ਹਰ ਇੱਕ ਅਦਾਰੇ 'ਤੇ। ਤੁਸੀਂ ਖੇਤੀ ਕਾਨੂੰਨਾਂ ਦਾ ਇਤਿਹਾਸ ਬਾਰੇ ਦੱਸਿਆ ਕਿ ਵੀ ਪਹਿਲਾਂ ਵੀ 2 ਵਾਰ ਇਹ ਕਾਨੂੰਨ ਅਤੇ 2 ਵਾਰ ਇਹ ਲਹਿਰਾਂ ਖੜੀਆਂ ਹੋ ਚੁੱਕੀਆਂ ਨੇ, ਮੁਜ਼ਾਹਰਾ ਲਹਿਰ ਅਤੇ 1906 ਦੀ ਲਹਿਰ, ਅਤੇ ਅੰਗਰੇਜ਼ ਮੰਨ ਵੀ ਗਏ ਸੀ ਉਹ ਸਰਕਾਰ। ਹੁਣ ਤੁਹਾਨੂੰ ਕੀ ਲੱਗਦਾ ਵੀ ਕਦੋਂ ਤੱਕ ਇਹ ਸਰਕਾਰ ਮੰਨ ਜੂਗੀ? ਇਹਦੇ 'ਚ ਹੁਣ ਸੰਘਰਸ਼ ਨੂੰ ਹਾਲੇ 6 ਮਹੀਨੇ ਹੋ ਗਏ, 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਸੀ ਪੰਜਾਬ 'ਚ ਤਾਂ, ਅਤੇ ਉਸ ਤੋਂ ਬਾਅਦ 26 ਨਵੰਬਰ ਨੂੰ ਇਹ ਦਿੱਲੀ ਪਹੁੰਚ ਗਿਆ। ਜਦੋਂ ਉਸ ਤੋਂ ਬਾਅਦ ਬਾਕੀ ਰਾਜਾਂ ਦੇ ਵਿੱਚ ਵੀ ਖਿੰਡ ਗਿਆ, ਹਰਿਆਣਾ ਨਾਲ ਜੁੜ ਗਿਆ, ਉੱਤਰ ਪ੍ਰਦੇਸ਼, ਰਾਜਸਥਾਨ, ਅਤੇ ਹੁਣ ਤਾਂ ਜਿਹੜੇ ਆਪਣੇ ਦੱਖਣ ਦੇ ਰਾਜ ਨੇ ਜਾਂ ਉੱਤਰ ਪੱਛਮ ਦੇ ਰਾਜ ਨੇ, ਉੱਥੇ ਵੀ ਕਿਸਾਨੀ ਅੰਦੋਲਨ ਨੇ ਆਪਣਾ ਜ਼ੋਰ ਫੜਿਆ ਹੋਇਆ। ਹਾਲਾਂਕਿ ਬਹੁਤ ਸਾਰਾ ਮੀਡੀਆ ਜਿਹੜਾ ਸਰਕਾਰ ਦਾ ਪੱਖੀ ਮੀਡੀਆ, ਉਹ ਇਹ ਚੀਜ਼ਾਂ ਨੂੰ ਨਹੀਂ ਦਿਖਾ ਰਿਹਾ। ਪੰਜਾਬੀ ਮੀਡੀਆ ਜਿਹੜਾ ਉਹ ਕਾਫੀ ਹੱਦ ਤੱਕ ਇਹਨੂੰ ਦਿਖਾ ਰਿਹਾ, ਔਰ ਇਹ ਅੱਛੀ ਗੱਲ ਹੈ ਕਿ ਜਿੱਥੇ ਕੋਈ ਜਨਤਾ ਨੂੰ, ਲੋਕਾਂ ਨੂੰ, ਕਿਸਾਨਾਂ ਨੂੰ, ਇਹ ਸਿਰਫ ਕਿਸਾਨਾਂ ਦੀ ਪਰੇਸ਼ਾਨੀ ਨਹੀਂ ਹੈ, ਕਿਉਂਕਿ ਰੋਟੀ ਹਰੇਕ ਬੰਦੇ ਨੇ ਖਾਣੀ ਹੈ, ਇਹ ਹਰ ਇੱਕ ਦੀ ਰੋਟੀ ਨਾਲ ਜੁੜਿਆ ਹੋਇਆ ਮਸਲਾ ਹੈ। ਕਿਸਾਨ ਦੀ ਰੋਟੀ ਨਾਲ ਵੀ ਜੁੜਿਆ ਹੋਇਆ ਮਸਲਾ ਹੈ, ਮਜ਼ਦੂਰ ਦੀ ਰੋਟੀ ਨਾਲ ਵੀ ਜੁੜਿਆ ਹੋਇਆ ਮਸਲਾ ਹੈ, ਮੁਲਾਜ਼ਮ ਦੀ ਰੋਟੀ ਨਾਲ ਵੀ ਜੁੜਿਆ ਹੋਇਆ ਮਸਲਾ ਹੈ, ਅਤੇ ਹੋਰ ਵਰਗਾਂ ਦੀ ਰੋਟੀ ਨਾਲ ਵੀ ਜੁੜਿਆ ਹੋਇਆ ਮਸਲਾ ਹੈ। ਇਸ ਕਰਕੇ ਇਸ ਅੰਦੋਲਨ ਨੇ ਹੋਰ ਫੈਲਣਾ। ਜਦੋਂ ਇਹ ਅੰਦੋਲਨ ਹੋਰ ਫੈਲੇਗਾ ਤਾਂ ਸਰਕਾਰ ਨੂੰ ਮਜਬੂਰ ਹੋ ਕੇ ਇਹ ਫੈਸਲੇ ਵਾਪਸ ਲੈਣੇ ਪੈਣਗੇ ਜਿਹੜੇ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਨੇ, ਸੰਵਿਧਾਨ ਦੀ ਉਲੰਘਣਾ ਕਰਕੇ ਬਣਾਏ ਹੋਏ ਨੇ। ਕਿਸੇ ਤਰ੍ਹਾਂ ਦੀ ਲੋਕ ਸਭਾ 'ਚ ਬਹਿਸ ਨਹੀਂ ਹੋ ਸਕੀ, ਕਿਸੇ ਤਰ੍ਹਾਂ ਦੀ ਰਾਜ ਸਭਾ 'ਚ ਬਹਿਸ ਨਹੀਂ ਹੋ ਸਕੀ, ਅਤੇ ਇਹ ਬਿਨਾਂ ਬਹਿਸ ਤੋਂ ਇਹ ਕਾਨੂੰਨ ਪਾਸ ਹੋ ਕੇ ਆਏ ਨੇ, ਇਹ ਗੈਰ ਕਾਨੂੰਨੀ ਨੇ, ਇਹ ਬਿਲਕੁਲ ਵਾਪਸ ਲੈਣੇ ਪੈਣਗੇ। ਮੇਰਾ ਇੱਕ ਆਖਰੀ ਸਵਾਲ, ਜੋ ਖਾਸ ਕਰਕੇ ਪੰਜਾਬ ਦੇ ਸਿਆਸੀ ਹਾਲਾਤ ਨੇ, ਇਸ 'ਤੇ ਤੁਸੀਂ ਕੀ ਰਾਜਨੀਤਿਕ ਟਿੱਪਣੀ ਕਰਨਾ ਚਾਹੋਗੇ? ਦੇਖੋ, ਸਮੱਸਿਆ ਇਸੇ ਕਰਕੇ ਆ ਰਹੀ ਹੈ ਗੁਰਜਿੰਦਰ ਜੀ ਕਿ ਸਰਕਾਰਾਂ ਨੇ ਸਾਨੂੰ ਭੰਬਲ ਭੂਸੇ 'ਚ ਪਾਤਾ। ਜਿਹੜੇ ਸਾਡੇ ਸਿਆਸੀ ਆਗੂ ਨੇ ਨਾ, ਉਹ ਹੁਣ ਆਗੂ ਨਹੀਂ ਰਹੇ, ਉਹ ਇੱਕ ਕਿਸਮ ਦੇ ਕਾਰੋਬਾਰੀ ਬਣ ਗਏ ਨੇ। ਤੁਸੀਂ ਕਿਸੇ ਵੀ ਵੱਡੇ, ਜ਼ਿਆਦਾਤਰ ਜਿਹੜੇ ਆਗੂ ਨੇ ਨਾ, ਜ਼ਿਆਦਾਤਰ ਕਹਾਂਗੇ, ਉਹ ਹੁਣ ਕਾਰੋਬਾਰੀ ਬਣ ਗਏ ਨੇ। ਕਿਸੇ ਵੀ ਵੱਡੇ ਆਗੂ ਦਾ ਨਾਂ ਲੈ ਲਓ ਕਿ ਜਿਹਦਾ ਕੋਈ ਕਾਰੋਬਾਰ ਨਹੀਂ ਹੈ, ਚਾਹੇ ਉਹ ਕਾਰੋਬਾਰ ਹੋਟਲਾਂ ਦਾ, ਚਾਹੇ ਉਹ ਕਾਰੋਬਾਰ ਰੇਤਾ ਬਜਰੀ ਦਾ, ਚਾਹੇ ਉਹ ਕਾਰੋਬਾਰ ਸ਼ਰਾਬ ਦੇ ਠੇਕਿਆਂ ਦਾ, ਇਸ ਤਰ੍ਹਾਂ ਦੇ ਜਿਹੜੇ ਕਾਰੋਬਾਰ ਨੇ, ਅਤੇ ਬਾਕੀ ਚਾਹੇ ਉਹ ਕਾਰੋਬਾਰ ਪ੍ਰਾਪਰਟੀ ਦਾ,
ਚਾਹੇ ਉਹ ਕਾਰੋਬਾਰ ਠੇਕੇਦਾਰੀ ਦਾ ਹੈ, ਉਹਦੇ ਵਿੱਚ ਹਰ ਇੱਕ ਜਗ੍ਹਾ ਸਾਡੇ ਸਿਆਸੀ ਆਗੂਆਂ ਦੀ ਚੌਧਰ ਭਾਰੀ ਹੈ। ਜਦੋਂ ਹੁਣ ਕੋਈ ਵੀ ਰਾਜ ਕਰਨ ਵਾਲਾ ਕੋਈ ਰਾਜਾ ਹੈ, ਉਹ ਕਾਰੋਬਾਰੀ ਬਣ ਜਾਂਦਾ ਹੈ। ਜੇ ਕੋਈ ਰਾਜਾ ਕਾਰੋਬਾਰੀ ਬਣ ਜਾਂਦਾ ਤਾਂ ਜਿਹੜੀ ਉਹਦੀ ਪ੍ਰਜਾ ਉਹ ਭਿਖਾਰੀ ਬਣ ਜਾਂਦੀ ਹੈ। ਕਿਉਂ? ਰਾਜੇ ਨੇ ਆਪਣਾ ਨਿੱਜ ਦੇਖਣਾ ਹੈ, ਉਹਨੇ ਪ੍ਰਜਾ ਦੀ ਭਲੇ ਦੀ ਗੱਲ ਨਹੀਂ ਕਰ ਸਕਣੀ, ਕਿਉਂਕਿ ਉਹ ਕਾਰੋਬਾਰੀ ਬਣ ਗਿਆ। ਇਸ ਕਰਕੇ ਇਸ ਹਾਲਾਤ 'ਚ ਆਮ ਲੋਕਾਂ ਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਆਗੂ ਨੂੰ ਆਪਣੇ ਨੂੰ ਚੁਣਨਾ ਹੈ। ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਬੜਾ ਹੀ ਫੈਸਲਾ ਸੋਚ ਸਮਝ ਕੇ ਲੈਣ ਦੀ ਲੋੜ ਹੈ। ਦਰਸ਼ਕੋ, ਇਹ ਸਨ ਸਾਡੇ ਨਾਲ ਪ੍ਰੀਤ ਮਹਿੰਦਰ ਸਿੰਘ ਜੀ, ਜਿਨ੍ਹਾਂ ਨੇ ਬੜੇ ਬੇਬਾਕ ਤਰੀਕੇ ਨਾਲ ਤੁਹਾਨੂੰ ਇਹਨੇ ਖੇਤੀ ਕਾਨੂੰਨ ਦਾ ਇਤਿਹਾਸ ਦੱਸਿਆ ਕਿ 1906 ਦੇ ਵਿੱਚ ਵੀ ਕਾਨੂੰਨ ਆਏ ਸੀ ਅਤੇ ਮੁਜ਼ਾਹਰਾ ਲਹਿਰ ਵੀ ਖੜੀ ਹੋਈ ਸੀ, ਪਰ ਸਰਕਾਰ ਨੂੰ ਉਹ ਫੈਸਲੇ ਵਾਪਸ ਲੈਣੇ ਪਏ ਸੀ। ਹੁਣ ਇਹ ਦੇਖਣਯੋਗ ਹੋ ਗਿਆ ਕਿ ਜੋ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ, ਇਹ ਲੰਮਾ ਤਾਂ ਹੁੰਦਾ ਜਾ ਰਿਹਾ, ਹੋਰ ਕਿੰਨਾ ਕੁ ਲੰਬਾ ਹੋਊਗਾ, ਕਿਉਂਕਿ ਲਗਾਤਾਰ ਜੇਕਰ ਗੱਲ ਕੀਤੀ ਜਾਵੇ 300 ਦੇ ਤਕਰੀਬਨ ਕਿਸਾਨ ਸ਼ਹੀਦ ਹੋ ਚੁੱਕੇ ਨੇ ਇਸ ਅੰਦੋਲਨ ਦੇ ਵਿੱਚ। ਹੁਣ ਤੱਕ ਦਾ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਇਹ ਕਿਹਾ ਜਾ ਰਿਹਾ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ 'ਤੇ, ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ, ਪਟਿਆਲਾ।